ਸਤਿ ਸ਼੍ਰੀ ਅਕਾਲ ਜੀ। मैं हरजीत ढिल्लों जीनियस अकैडमी मानसा तो पॉलिटी की सीरीज़ ਦੇ ਵਿੱਚ ਅੱਜ ਆਪਣਾ ਲੈਕਚਰ 5 ਆ ਜੀ। ਪਹਿਲੇ 4 ਲੈਕਚਰ ਦੇ ਵਿੱਚ ਆਪਾਂ ਕਰ ਚੁੱਕੇ ਹਾਂ ਜੀ ਕਨਸਟੀਟਿਊਸ਼ਨ ਬਾਰੇ ਤੇ ਫੀਚਰ ਆਫ ਇੰਡੀਅਨ ਕਨਸਟੀਟਿਊਸ਼ਨ। ਜਿਹੜਾ ਆਪਣਾ ਅੱਜ ਦਾ ਲੈਕਚਰ ਆ ਜੀ ਉਹ ਰਹੂਗਾ ਸਟਰਕਚਰ ਆਫ ਇੰਡੀਅਨ ਕਨਸਟੀਟਿਊਸ਼ਨ, ਭਾਰਤੀ ਸੰਵਿਧਾਨ ਦਾ ਢਾਂਚਾ। ਆਪਾਂ ਇਹ ਸੀਰੀਜ਼ ਰੈਗੂਲਰ ਰੱਖਾਂਗੇ। ਸਾਰੀ ਪੋਲਿਟੀ ਤੁਹਾਨੂੰ YouTube ਤੇ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਾਂਗੇ ਤੇ ਪਲੀਜ਼ ਇਸ ਸੀਰੀਜ਼ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ। ਹਾਂਜੀ, ਆਪਣਾ ਅੱਜ ਦਾ ਟੌਪਿਕ ਹੈਗਾ ਸਟਰਕਚਰ ਆਫ ਇੰਡੀਅਨ ਕਨਸਟੀਟਿਊਸ਼ਨ, ਸੰਵਿਧਾਨ ਦਾ ਢਾਂਚਾ। ਸਟਰਕਚਰ ਆਫ ਇੰਡੀਅਨ ਕਨਸਟੀਟਿਊਸ਼ਨ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਵੀ ਜਿਹੜਾ ਸਾਡਾ ਸੰਵਿਧਾਨ ਹੈਗਾ ਉਹ ਫਰੇਮ ਕਿਵੇਂ ਕੀਤਾ ਗਿਆ ਗਾ। ਜਿਹੜਾ ਸਾਡਾ ਸੰਵਿਧਾਨ ਹੈ, ਜਿੱਦਾਂ ਆਪਣੀ ਨੋਰਮਲ ਬੁੱਕ ਹੁੰਦੀ ਹੈਗੀ ਉਹਦੇ ਅੱਗੇ ਲਿਖਿਆ ਜਾਂਦਾ ਜੀ ਇੰਡੈਕਸ, ਜਿਹਦੇ ਤੋਂ ਆਪਾਂ ਨੂੰ ਪਤਾ ਚੱਲਦਾ ਗਾ ਕਿ ਇਸ ਬੁੱਕ ਦੇ ਕਿੰਨੇ ਪੇਜ ਨੇਗੇ ਤੇ ਇਸ ਦੇ ਵਿੱਚ ਕਿੰਨੇ ਚੈਪਟਰ ਨੇਗੇ। ਐਵੇਂ ਹੀ ਸਾਡੇ ਸੰਵਿਧਾਨ ਦੇ ਵੀ ਸਟਾਰਟਿੰਗ ਦੇ ਵਿੱਚ ਜਦੋਂ ਸੰਵਿਧਾਨ ਨੂੰ ਫਰੇਮ ਕੀਤਾ ਗਿਆ ਤਾਂ ਉੱਥੋਂ ਸਾਨੂੰ ਸਟਾਰਟਿੰਗ 'ਚ ਪਤਾ ਲੱਗ ਰਿਹਾ ਜੀ ਸਾਡੇ ਸੰਵਿਧਾਨ ਦੇ ਵਿੱਚ ਕੀ ਹੈ, ਇੱਕ ਪ੍ਰੀਐਂਬਲ ਆ, ਪ੍ਰਸਤਾਵਨਾ। ਜਿਹੜੀ ਓਰੀਜਨਲ ਮਤਲਬ ਸਟਾਰਟਿੰਗ ਦੇ ਵਿੱਚ ਵੀ ਪ੍ਰਸਤਾਵਨਾ ਇੱਕ ਹੀ ਸੀ ਤੇ ਅੱਜ ਦੇ ਸਮੇਂ ਵੀ ਪ੍ਰਸਤਾਵਨਾ ਕੀ ਹੈ ਜੇ ਇੱਕ ਆ ਗਈ। ਤੇ ਜੇ ਆਪਾਂ ਪਾਰਟ ਦੀ ਗੱਲ ਕਰੀਏ, ਸਾਡੇ ਭਾਰਤੀ ਸੰਵਿਧਾਨ ਦੇ ਭਾਗ ਕਿੰਨੇ ਨੇ ਜੀ? ਜਦੋਂ 1950 'ਚ ਸਾਡਾ ਸੰਵਿਧਾਨ ਬਣਾਇਆ ਗਿਆ ਸੀ ਉਦੋਂ ਭਾਗ ਸੀਗੇ 22 ਤੇ ਅੱਜ ਦੇ ਸਮੇਂ ਹੋ ਚੁੱਕੇ ਨੇ ਜੀ 25। ਠੀਕ ਹੈ। ਜੇ ਆਪਾਂ ਆਰਟੀਕਲ ਦੀ ਗੱਲ ਕਰੀਏ ਤਾਂ ਜੀ ਉਦੋਂ ਸੀਗੇ 395 ਆਰਟੀਕਲ ਤੇ ਅੱਜ ਦੇ ਸਮੇਂ ਹੋ ਚੁੱਕੇ ਨੇ 470 ਆਰਟੀਕਲ। 470 ਸਿਰਫ ਜੀ ਗਿਣਤੀ ਵਿੱਚ 470 ਹੋਏ ਨੇ, ਨੰਬਰਿੰਗ ਅੱਜ ਵੀ 395 ਹੀ ਤੁਹਾਨੂੰ ਦੇਖਣ ਨੂੰ ਮਿਲੇਗੀ ਸਾਡੇ ਸੰਵਿਧਾਨ ਦੇ ਵਿੱਚ, ਕੰਸਟੀਟਿਊਸ਼ਨ ਦੇ ਵਿੱਚ। ਇਹ 470 ਕਿਵੇਂ ਹੋ ਚੁੱਕੇ ਨੇ ਜੀ? ਮਤਲਬ ਜਿਵੇਂ ਆਪਣੇ ਕੋਲੇ 1 ਤੋਂ ਲੈ ਕੇ 395 ਤੱਕ ਆਰਟੀਕਲ ਨੇ ਜੀ, ਤਾਂ ਇਹਦੇ ਵਿੱਚ ਇਹਨਾਂ ਨੇ ਐਡ ਕਰਤਾ। ਮੰਨ ਲਓ ਜਿਵੇਂ ਆਪਣਾ 4 ਨੰਬਰ ਅਨੁਛੇਦ ਹੈਗਾ, ਠੀਕ ਹੈ, ਉਹਦੇ ਵਿੱਚ ਇਹਨਾਂ ਨੇ ਐਡ ਕਰਤਾ ਜੀ 4A, ਜਾਂ ਜਿਵੇਂ ਆਪਣਾ 5 ਹੈਗਾ ਜਾਂ 14 ਆ, 14 ਦੇ ਨਾਲ ਐਡ ਕਰਤਾ ਜੀ 14A, 14B, ਐਵੇਂ ਆਪਣੇ ਕੋਲੇ ਐਡ ਕਰਤਾ ਜੀ 9A, 9B, 9C, 9D, ਐਵੇਂ ਕਰਕੇ ਇਹਨਾਂ ਦੀ ਜਿਹੜੀ ਗਿਣਤੀ ਆ, ਗਿਣਤੀ ਅੱਜ ਕਿੰਨੀ ਹੋ ਚੁੱਕੀ ਹੈ ਜੀ 470। ਪਰ ਮਤਲਬ ਨੰਬਰਿੰਗ ਅੱਜ ਵੀ 395 ਹੀ ਤੁਹਾਨੂੰ ਦੇਖਣ ਨੂੰ ਮਿਲੇਗੀ। 1 ਤੋਂ ਲੈ ਕੇ 395 ਤੱਕ ਹੀ ਸਾਡੇ ਕੋਲੇ ਆਰਟੀਕਲ ਨੇ, ਤੁਹਾਨੂੰ 396 ਆਰਟੀਕਲ ਦੇਖਣ ਨੂੰ ਨਹੀਂ ਮਿਲੇਗਾ। ਗਿਣਤੀ ਸਿਰਫ 470 ਹੋ ਚੁੱਕੀ ਹੈ। ਜਿਵੇਂ ਉਹਨੇ ਪਹਿਲਾਂ 1 ਸੀਗਾ ਜਾਂ ਮੰਨ ਲਓ 4 ਸੀ, 4 ਦੇ ਨਾਲ ਉਹਨਾਂ ਨੇ ਕਰਤਾ ਜੀ 4A, ਤੇ ਤੁਹਾਡੀ ਗਿਣਤੀ ਦੇ ਵਿੱਚ 1 ਵੱਧ ਗਿਆ ਨਾ। ਐਵੇਂ ਜਿਵੇਂ 9A, 9B, 9C, ਉਹ ਕਾਊਂਟਿੰਗ ਇਨਕਰੀਜ਼ ਹੋ ਰਹੀ ਹੈਗੀ, ਪਰ ਜਿਹੜੀ ਸਾਡੀ ਨੰਬਰਿੰਗ ਉਹ ਅੱਜ ਵੀ 395 ਹੀ ਆ। ਜੇ ਆਪਾਂ ਸ਼ਡਿਊਲ ਦੀ ਗੱਲ ਕਰੀਏ ਜੀ, ਅਨੁਸੂਚੀਆਂ ਦੀ, ਜਦੋਂ ਸਾਡਾ ਭਾਰਤੀ ਸੰਵਿਧਾਨ ਬਣਾਇਆ ਗਿਆ ਸੀ ਉਸ ਸਮੇਂ ਅਨੁਸੂਚੀਆਂ ਸੀਗੀਆਂ 8 ਤੇ ਅੱਜ ਦੇ ਸਮੇਂ ਹੋ ਚੁੱਕੀਆਂ ਨੇ 12। ਇਹ ਜਿਹੜੀਆਂ 4 ਨਵੀਆਂ ਐਡ ਕੀਤੀਆਂ, ਕਦੋਂ ਕੀਤੀਆਂ, ਕਿਹੜੀ ਸੋਧ ਦੇ ਅੰਡਰ ਕੀਤੀਆਂ ਨੇ ਜੀ, ਇਹਨਾਂ ਨੂੰ ਆਪਾਂ ਡਿਟੇਲ 'ਚ ਕਵਰ ਕਰਾਂਗੇ। ਹਾਂਜੀ, ਜੇ ਆਪਾਂ ਪ੍ਰਸਤਾਵਨਾ ਦੀ ਗੱਲ ਕਰੀਏ, ਸੰਵਿਧਾਨ ਦੇ ਢਾਂਚੇ ਵਿੱਚ ਪ੍ਰਸਤਾਵਨਾ ਸਾਡੀ ਉੱਦਾਂ ਹੀ ਆ, ਪਹਿਲਾਂ ਵੀ 1 ਸੀ ਤੇ ਅੱਜ ਵੀ 1 ਆ। ਪਾਰਟ 22 ਹੋ ਚੁੱਕੇ ਨੇ ਜੀ, ਤੇ ਅਨੁਛੇਦ ਕਿੰਨੇ ਨੇਗੇ ਜੀ? ਪਹਿਲਾਂ 22 ਸੀ, ਹੁਣ ਪਾਰਟ ਹੋ ਗਏ 25। ਅਨੁਛੇਦ 395 ਸੀ ਤੇ ਹੁਣ ਹੋ ਚੁੱਕੇ ਨੇ ਜੀ 470। ਅਨੁਸੂਚੀਆਂ ਪਹਿਲਾਂ 8 ਸੀ ਤੇ ਹੁਣ ਹੋ ਗਈਆਂ ਜੀ 12। ਹਾਂਜੀ, ਜੇ ਆਪਾਂ ਪਾਰਟ ਦੀ ਗੱਲ ਕਰੀਏ, ਜਿਵੇਂ ਆਪਣੀ ਬੁੱਕ ਦੇ ਵਿੱਚ ਆਪਣੇ ਚੈਪਟਰ ਹੁੰਦੇ ਨੇਗੇ, ਉੱਦਾਂ ਹੀ ਇਹਦੇ ਵਿੱਚ ਕੀ ਨੇ ਜੀ? ਭਾਗ ਨੇਗੇ। ਹਰੇਕ ਚੈਪਟਰ ਦੇ ਵਿੱਚ ਕੁਛ ਹੁੰਦੇ ਨੇ ਜੀ ਪੈਰਾਗ੍ਰਾਫ। ਜਿਵੇਂ ਆਪਾਂ ਗੱਲ ਕਰੀਏ ਜੀ ਫਸਟ ਚੈਪਟਰ ਦੇ ਵਿੱਚ 5 ਪੈਰਾਗ੍ਰਾਫ, 6 ਪੈਰਾਗ੍ਰਾਫ, ਉੱਦਾਂ ਹੀ ਸਾਡੇ ਪੈਰਾਗ੍ਰਾਫ ਦੀ ਜਗ੍ਹਾ ਕੌਣ ਲੈ ਲੈਂਦੇ ਆ ਸੰਵਿਧਾਨ ਦੇ ਵਿੱਚ? ਆਰਟੀਕਲ ਲੈ ਲੈਂਦੇ ਨੇ ਜੀ। ਜਿਵੇਂ ਜਿਹੜਾ ਆਪਣਾ ਪਾਰਟ ਫਸਟ ਆ ਉਹਦੇ ਵਿੱਚ ਆਰਟੀਕਲ ਆਉਣਗੇ ਜੀ 1 ਤੋਂ ਲੈ ਕੇ 4 ਤੱਕ। ਤੁਸੀਂ ਇਹ ਮੰਨ ਲਓ ਜੀ ਜਿਹੜਾ ਆਪਣਾ ਫਸਟ ਚੈਪਟਰ ਆ ਉਹਨੂੰ ਕੀ ਬੋਲ ਦਿਆਂਗੇ ਸੰਵਿਧਾਨ ਦੀ ਲੈਂਗੁਏਜ 'ਚ? ਪਾਰਟ। ਜਿਹੜੇ ਪੈਰਾਗ੍ਰਾਫ ਹੁੰਦੇ ਨੇ ਉਹਨੂੰ ਸੰਵਿਧਾਨ ਦੀ ਲੈਂਗੁਏਜ 'ਚ ਤੁਸੀਂ ਕੀ ਬੋਲ ਰਹੇ ਹੋ ਜੀ? ਆਰਟੀਕਲਸ। ਹਾਂਜੀ, ਆਪਣੇ ਪਹਿਲਾਂ ਪਾਰਟ ਕਿੰਨੇ ਸੀਗੇ? ਜਦੋਂ ਸੰਵਿਧਾਨ ਸਾਡਾ ਲਾਗੂ ਹੋਇਆ ਸੀ 26 ਜਨਵਰੀ 1950 ਨੂੰ, ਉਦੋਂ ਪਾਰਟ ਸੀਗੇ 22 ਤੇ ਉਸ ਤੋਂ ਬਾਅਦ 'ਚ 4 ਪਾਰਟ ਨਵੇਂ ਐਡ ਹੋ ਗਏ। ਤਾਂ 4 ਨਵੇਂ ਐਡ ਹੋਣ ਤੋਂ ਬਾਅਦ ਜੀ 26 ਹੋਣੇ ਚਾਹੀਦੇ ਸੀਗੇ, ਪਰ 1 ਪਾਰਟ ਸਾਡਾ ਜੀ ਮਾਈਨਸ ਕਰ ਦਿੱਤਾ ਗਿਆ ਸੀ, ਤਾਂ ਅੱਜ ਦੇ ਸਮੇਂ ਕਿੰਨੇ ਨੇ? 25 ਨੇਗੇ। ਜਿਹੜੇ 4 ਨਵੇਂ ਐਡ ਹੋਏ ਸੀ ਉਹ ਕਿਹੜੇ ਨੇਗੇ ਜੀ? ਇੱਕ ਤਾਂ 4A ਐਡ ਕੀਤਾ ਗਿਆ, ਇੱਕ ਐਡ ਕੀਤਾ ਗਿਆ ਜੀ 9A, 9B ਤੇ ਇੱਕ ਆਪਣਾ ਜੀ 14A। ਇਹ ਚਾਰੋਂ ਪਾਰਟ ਆਪਣੇ ਨਵੇਂ ਐਡ ਕੀਤੇ ਗਏ ਨੇਗੇ। ਇੱਕ ਚੀਜ਼ ਹੋਰ ਧਿਆਨ 'ਚ ਰੱਖਣੀ ਆ, ਅਗਰ ਤੁਹਾਨੂੰ ਸੰਵਿਧਾਨ ਮਤਲਬ ਕੁਐਸਚਨ ਪੁੱਟ ਹੋ ਜੇ ਜੀ ਕਿ ਸਾਡੇ ਸੰਵਿਧਾਨ ਦੇ ਵਿੱਚ ਕਿੰਨੇ ਭਾਗ ਨੇਗੇ? 22 ਨੇ ਜੀ, ਤੇ ਹੁਣ ਕਿੰਨੇ ਹੋ ਚੁੱਕੇ ਨੇ? 25 ਹੋ ਚੁੱਕੇ ਨੇਗੇ। ਜਿਹੜੀ ਸਾਡੀ ਸੰਵਿਧਾਨ ਦੀ ਲੈਂਗੁਏਜ ਆ ਜੀ ਉਹ ਰੋਮਨ ਹੈਗੀ, ਮਤਲਬ ਉਹਦੇ ਉੱਪਰ
रोमन नंबर 1 2 3 4 इदां लिखे जाते हैं। ठीक है, तो जे तुहानूं उन्होंने पूछ लिया जी नवा पार्ट किहड़ा ऐड होया, तो ऑप्शन जो पा देने जी 4 ਜਾਂ पा देना 4A, ਤੇ ਇੱਕ ਪਾ ਦੇਣਾ ਆਪਾਂ ਨੂੰ ਜੀ 4 ਰੋਮਨ वर्ड 'ਚ, ਇੱਕ ਪਾ ਦੇਣਾ 4A ਰੋਮਨ ਦੇ ਵਿੱਚ। ਤਾਂ ਦੇਖੋ ਆ भी 4 ਆ ਤੇ ਇਹ भी 4 ਹੈਗਾ, ਤਾਂ ਆਪਾਂ ਨੇ ਕਿਹੜਾ ਟਿਕ ਕਰਨਾ ਜੀ ਰੋਮਨ ਵਾਲਾ, क्योंकि ज़्यादातर रोमन वाला ही सही ਹੈਗਾ ਜੀ। अगर ਤੁਹਾਡੇ ਕੋਲ रोमन वाले ਦੀ ऑप्शन नहीं हैगी गी संविधान क्वेश्चन एग्जाम ਦੇ ਵਿੱਚ, ਤਾਂ ਤੁਸੀਂ ਕਿਤੇ ਟਿਕ ਕਰੋਗੇ ਜੀ 4A ਆ ਵਾਲੇ ਤੇ। ठीक है, ਤੇ ਜੇ ਤੁਹਾਡੇ ਕੋਲ ਨਾਲ रोमन वाले ਦੀ ऑप्शन ਪਈ ਆ ਤੇ रोमन ਦੇ ਵਿੱਚ ਤੁਹਾਡਾ आंसर बिल्कुल सही ਪਿਆ, ਤਾਂ ਤੁਸੀਂ रोमन ਤੇ ਹੀ ਟਿਕ ਕਰੋਗੇ 4A ਤੇ। ਜੇ ਹੁਣ रोमन ਦੇ ਵਿੱਚ ਇਕੱਲਾ 4 ਦੇਤਾ, 4A ਨਾ ਦਿੱਤਾ ਜੀ, ਫਿਰ ਨਹੀਂ ਤੁਸੀਂ ਟਿਕ ਕਰਨਾ, ਫਿਰ ਤੁਹਾਡਾ ਗਲਤ ਹੋ ਜਾਏਗਾ ਆंसर। ਤੁਸੀਂ ਕਿਤੇ ਟਿਕ ਕਰਨਾ ਅਗਰ रोमन ਦੇ ਵਿੱਚ 4A ਬਿਲਕੁਲ ਸਹੀ ਦਿੱਤਾ ਹੋਵੇ ਜੀ। ठीक है जी, संविधान ਦੇ ਵਿੱਚ ਜੇ ਪੁੱਛ ਲੈਣ ਕਿੰਨੇ ਪਾਰਟ ਨਵੇਂ ਐਡ ਹੋਏ ਨੇ, ਤਾਂ ਤੁਸੀਂ 3 ਦੇ ਨਹੀਂ ਟਿਕ ਕਰਨਾ ਹੈਗਾ ਗਾ। ਜੇ ਕਿਤੇ ਸੋਚੋ ਵੀ ਪਹਿਲਾਂ 22 ਸੀ ਹੁਣ 25 ਹੋ ਗਏ, 3 ਨਵੇਂ ਐਡ ਹੋਏ ਹੋਣਗੇ, ਬਿਲਕੁਲ ਗਲਤ ਹੈ ਜੀ। 3 नहीं ऐड होए, नवे 4 ही ऐड होए ने, पर एक अपना माइनस कर दिता गया सी, तां करके जी 4 नवे ऐड होने नाल 26 हो गए, एक माइनस होने दे नाल किन्ने हो गए जी 25 हो चुके ने। जिहड़ा माइनस किया गया जी पार्ट वो किहड़ा सीगा, जिहड़ा पार्ट माइनस किया गया जी वो सीगा पार्ट 7A। ठीक है जी, भाग 7 7A माइनस कर दिता गया सी जी। ये 7वां किहदे नाल संबंधित है जी, आपां जदों करांगे सारा संविधान उहदे विच तुहानूं मैं डिटेल दे विच दस्सांगी। बस इत्थे सिर्फ इन्ना कि याद रख लिओ जी किहड़ा खत्म किया गया जी 7A, सॉरी इकल्ला 7 खत्म किया गया जी, ए नहीं हैगा नाल इहदे, इहनूं करैक्ट कर लो जी, इकल्ला 7 खत्म किया गया जी। 6 तो बाद 7 8 9 आउणगे जो भी। हाँ जी, अगे आप देखते हैं पार्ट ते आर्टिकल। एक मिनट तुहानूं करैक्ट करवा दा 7 हाँ जी 7 नंबर खत्म कर दिता गया। अगे आप पार्ट की गल करिए जी, पार्ट किन्ने ने अपने संविधान दे विच 25 हो चुके ने, ते पर अपने सारे नहीं पढ़ने, अपने लिए जिहड़े इंपोर्टेंट ने वो कवर करांगे। जिहड़ा पार्ट फस्ट है जी उहदे विच आर्टिकल किन्ने ने 1 तो लैके 4 तक, पार्ट सैकेंड है जी 5 तो 11, पार्ट थर्ड 12 तो 35, पार्ट 4 है जी 36 तो 51, 5 संबंधित है जी 52 तो 151 नाल, 6 नंबर है जी 152 तो 237, 7 आ जी 393 तो 395। इन्हां दे विच जिहड़ा अपना फस्ट पार्ट है जी वो किहदे नाल संबंधित है, यूनीयन एंड इट्स टैरीटरी। ठीक है जी, तो जे सैकेंड की गल करिए, सैकेंड किहदे नाल संबंधित है जी 5 तो 11 तक ये अपनी आ जूगी जी, इहदे विच नागरिकता। जिहड़ा थर्ड है उहदे विच की आउणगे जी 12 तो 35 तक मौलिक अधिकार। अगे आ जूगा जी 4 नंबर, 4 नंबर आ जाएंगे जी 36 तो 51 तक। ठीक है जी, 5 नंबर 52 तो 151 संबंधित है जी सेंटर दे नाल, 6 नंबर संबंधित है जी स्टेट दे नाल। ठीक है जी, अपने अपने पूरे संविधान दे विच इन्हां बारे च डिटेल च कवर करनी हैगी। इन्हां दे विचों जिहड़ा 4 नंबर आ जो ये साडा जी DPSP नाल संबंधित हैगा। फस्ट एक बार दोबारा देख लो, जिहड़ा फस्ट किस नाल संबंधित है जी यूनीयन एंड इट्स टैरीटरी, यानी कि संघ अति इसके खेतर। पार्ट 2 आ जी 5 तो लैके 11 तक आर्टिकल ने संबंधित है जी नागरिकता नाल, सिटीजनशिप नाल। जिहड़ा थर्ड हैगा 12 तो 35 ये संबंधित है जी तुहाडे फंडामेंटल राइट दे नाल, मौलिक अधिकारां दे नाल। 4 नंबर संबंधित है जी DPSP डायरैक्टिव प्रिंसीपल ऑफ स्टेट पॉलिसी 36 तो 51 तक। जिहड़ा 5 नंबर है संबंधित है जी यूनीयन दे नाल, ते इहदे 5 नंबर पार्ट दे विच आपां की पढ़दे हां जी प्रेजिडेंट वाइस प्रेजिडेंट। ठीक है, सारे यूनीयन नाल संबंधित हो जाएंगे, PM वगैरह आ जाएंगे। पार्ट नंबर जिहड़ा 6 है वो संबंधित है जी स्टेट नाल, इहदे विच आपां पढ़दे हां जी गवर्नर CM वगैरह जां स्टेट कौंसिल। जिहड़ा अपना इत्थे 7 नहीं आएगा जी, इत्थे आएगा पार्ट 22 जिहड़ा लास्ट पार्ट है जी अपना, क्योंकि गिनती दे विच एज इट अज भी 22 ही नेगे,
वैसे किन्ने हो गए ने जी, ये 25 हो गए ਜਿਹੜੇ 4 ਨਵੇਂ ਐਡ ਕੀਤੇ ਗਏ ਨੇ, ਕਿਉਂਕਿ ਪਹਿਲਾਂ 22 ਸੀ, 4 ਨਵੇਂ ਐਡ ਕੀਤੇ, ਇੱਕ ਮਾਈਨਸ ਕਰਤਾ ਜੀ। 25 ਨੇ ਨਾ ਅੱਜ ਦੇ ਟਾਈਮ ਤੇ ਜਿਹੜੇ 4 ਨਵੇਂ ਐਡ ਕੀਤੇ ਗਏ ਨੇ ਜੀ, ਉਹਨਾਂ ਦੀ ਨੰਬਰਿੰਗ 23, 4, 5 ਤੇ 6 ਐਦਾਂ नहीं हैगी गी। ਉਹਨਾਂ ਦੀ ਨੰਬਰਿੰਗ ਕੀ ਹੈ ਜੀ, ਇੱਕ 4 ਦੇ ਨਾਲ ਐਡ ਕਰਤਾ 4A ਬਣਾਤਾ, ਇੱਕ 9 ਦੇ ਨਾਲ ਐਡ ਕੀਤਾ ਜੀ, ਉਹਨੂੰ ਕੀ ਬਣਾਤਾ ਜੀ 9A, ਤੇ ਇੱਕ ਬਣਾਇਆ ਜੀ ਆਪਣਾ 9B, ਤੇ ਇੱਕ ਆਪਣਾ ਬਣਾਇਆ ਜੀ 14A, ठीक है। एक 9A, 9B ਤੇ 14A, ਇਹ 4 ਨਵੇਂ ਐਡ ਕੀਤੇ ਗਏ ਨੇ। ਇਸ ਕਰਕੇ ਸਾਡੀ ਜਿਹੜੀ ਕਾਊਂਟਿੰਗ ਆ ਉਹ ਅੱਜ ਵੀ 22 ਤੱਕ ਹੀ ਹੈਗੀ। ਹਾਂਜੀ, ਹੁਣ ਆਪਾਂ ਸ਼ੁਰੂ ਕਰਦੇ ਹਾਂ ਪ੍ਰੀਐਂਬਲ। ਆਪਾਂ ਸੰਵਿਧਾਨ ਦਾ ਢਾਂਚਾ ਦੇਖ ਚੁੱਕੇ ਹਾਂਗੇ। ਪ੍ਰੀਐਂਬਲ ਕਦੋਂ ਹੋਇਆ ਸੀ, ਜਿਹੜੇ ਸਾਡੇ ਸੰਵਿਧਾਨ ਦੀਆਂ ਮੀਟਿੰਗਾਂ ਨੇ ਜੀ, ਉਹ ਕਦੋਂ ਸਟਾਰਟ ਹੋਈਆਂ ਸੀਗੀਆਂ? ਸੰਵਿਧਾਨ ਦੀ ਫਸਟ ਮੀਟਿੰਗ ਹੋਈ ਸੀਗੀ 9 ਦਸੰਬਰ 1946 ਨੂੰ, ਤੇ ਸੈਕਿੰਡ ਹੋਈ ਸੀ ਜੀ 11 ਦਸੰਬਰ 1946, ਤੇ ਥਰਡ ਹੋਈ ਸੀ 13 ਦਸੰਬਰ 1946। ਫਸਟ ਮੀਟਿੰਗ 'ਚ ਕੀ ਕੰਮ ਕੀਤਾ ਸੀ ਜੀ, ਉਹਨਾਂ ਨੇ ਟੈਂਪਰੇਰੀ ਪ੍ਰੈਜ਼ੀਡੈਂਟ ਚੁਣੇ ਸੀਗੇ, ਸੈਕਿੰਡ ਦੇ ਵਿੱਚ ਪਰਮਾਨੈਂਟ ਪ੍ਰੈਜ਼ੀਡੈਂਟ, ਤੇ ਥਰਡ ਮੀਟਿੰਗ ਹੋਈ ਜਿਹੜੀ 13 ਦਸੰਬਰ 1946। ਇਸ ਮੀਟਿੰਗ ਦੇ ਵਿੱਚ ਜਵਾਹਰ ਲਾਲ ਨਹਿਰੂ ਨੇ ਜੀ ਓਬਜੈਕਟਿਵ ਰੈਜ਼ੋਲੂਸ਼ਨ यानी कि उद्देश प्रस्ताव पेश किया सीगा, ते इस उद्देश प्रस्ताव दे विच उन्होंने एक रफ जिहा आइडिया दिता सी जी, जिहड़ा साडा संविधान असीं बनाउण जा रहे हांगे, उहदे विच अपने की काम करने ने, भी किहदे उपर कानून बनाउणे नेगे। जिवें हुण साडी जिहड़ी संविधान की प्रस्तावना वो सानूं दसदी है जी न्याय, भाईचारा जां धर्म निरपेक्षता, ये सारा कुछ, ठीक है। किन्ना ने आपां नूं रफ जिहा आइडिया दिता सी? JL नਹਿਰੂ ने, ते उन्होंने 4-5 पेजां दा एक रफ जिहा आइडिया लैके आए थे, जिन्होंने असीं की कहने जी संविधान का उद्देश प्रस्ताव, ते बाद दे विच इहनूं की नाम दिता गया जी प्रीएंबल का। 13 दसंबर 1946 नूं जवाहर लाल नਹਿਰੂ जी ने पेश किया सीगा, ते इहनूं संविधान सभा ने मानता कदों देती सी जी, अडोप्ट कदों कर लिया सी? 22 जनवरी 1947 नूं साडे उद्देश प्रस्ताव नूं की कर लिया गया सी जी, अडोप्ट कर लिया गया सी। अगे जी बेरूवारी, मतलब साडे प्रीएंबल नाल संबंधित 2 केस होणगे। एक बेरूवारी केस होया सी 1960 दे विच, ते सैकेंड होया सी जी केसमानंद भारती केस 1973 दे विच। जिहड़ा एक केस होए ने जी, इहदे विच ना जिहड़ा क्वेश्चन पुट होया सीगा, वो होया सीगा कि जिहड़ा साडा प्रीएंबल आ, प्रस्तावना गी, क्योंकि जिहड़ा साडा संविधान आ जी, संविधान दे विच असीं सोध कर सकदे हां, अमेंडमेंट कर सकदे हां आर्टिकल 368 दे अंडर, ठीक है। ते जिहड़ा मतलब आपां सोध कर देंगे, अमेंडमेंट्स कर देंगे, तो वो सुप्रीम कोर्ट ने कहा सीगा कि भी भारतीय संविधान दे विच सोध हो सकती है, पर प्रीएंबल दे विच सोध नहीं हो सकती, क्योंकि ये संविधान का हिस्सा नहीं हैगा। तो इस करके ना भी इस दे 2 क्वेश्चन पुट होए सी जी, एक तो बेरूवारी केस दे विच, एक केसवानंद भारती केस दे विच। क्वेश्चन ये सीगा, उन्होंने पूछा सी कि प्रस्तावना प्रस्तावना संविधान का अंदरूनी भाग है कि नहीं, ये क्वेश्चन पुट होया सीगा। क्योंकि जिहड़ा साडा संविधान आ जी, संविधान दे विच लिखिया गया गा, जिवें जिहड़ा साडा मतलब प्रीएंबल हैगा, प्रस्तावना उहदे विच लिखिया गया साडा जिहड़ा भारत हैगा, भारत की है जी, उन्होंने लिखिया होया सी भारत दे लोक भारत नूं संपूर्ण प्रभुसत्ता संपन्न समाजवादी, अगे दिता होया जी धर्म निरपेख लोकतंत्री गणराज घोषित करन जा रहे हांगे। तो इत्थे इन्होंने की कहा जी, धर्म निरपेख का मीनिंग की होया, साडे राष्ट्र का, साडे देश का कोई अपना धर्म नहीं हैगा, हरेक आदमी जो भी उसकी मर्जी हैगी उस धर्म की पूजा पाठ कर सकदा गा। हुण इहदे च धर्म नाल संबंधित की आ गया सी जी, एक शब्द आया सीगा। ते फिर जिहड़ा बेरूवारी केस होया सीगा, ते एक केसवानंद भारती केस हैगा जी, बेरूवारी केस संबंधित सीगा जी, एक ये जमीनी मुद्दा सीगा, ते जिहड़ा केसवानंद भारती केस है जी, ये संबंधित सीगा जी, ये भी एक जमीनी मुद्दा सीगा, पर यह धर्म के नाल भी संबंधित सीगा। ते बेरूवारी केस दे विच एक क्वेश्चन पुट होया सीगा कि प्रस्तावना संविधान का अंदरूनी हिस्सा है कि नहीं। तो उस समय सुप्रीम कोर्ट ने फैसला सुनाया सीगा जी, कहंदे भी प्रस्तावना विच सोध नहीं की जा सकती, इस करके प्रस्तावना संविधान का हिस्सा नहीं है। जे सोध नहीं ना हो सकती तो कहंदे भी प्रस्तावना संविधान का हिस्सा भी नहीं हैगी, ठीक है। तो इस तो बाद केसवानंद भारती केस उठिया जी 1973 दे विच, इहदे विच सेम क्वेश्चन सुप्रीम कोर्ट
ਤੇ ਸੇਮ ਕੁਐਸਚਨ ਪੁੱਟ ਹੋਇਆ ਜੀ ਕਿ ਸੁਪਰੀਮ ਕੋਰਟ ਨੂੰ ਕਿਹਾ ਗਿਆ ਕਿ ਦੱਸੋ ਵੀ ਪ੍ਰਸਤਾਵਨਾ ਸੰਵਿਧਾਨ ਦਾ ਕਾਨੂੰਨੀ ਭਾਗ ਹੈਗੀ ਆ ਜਾਂ ਨਹੀਂ ਹੈਗੀ ਗੀ। ਤਾਂ ਇੱਥੇ ਸੁਪਰੀਮ ਕੋਰਟ ਨੇ ਜੀ ਆਪਣੀ ਜਿਹੜੀ ਉਹਨਾਂ ਦਾ ਫੈਸਲਾ ਸੀਗਾ ਉਹਦੀ ਉਹਨਾਂ ਨੇ ਰੀ ਸੁਣਵਾਈ ਕੀਤੀ ਸੀਗੀ ਜੀ। ਰਿਵਿਊ ਦਿੰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰਸਤਾਵਨਾ ਵਿੱਚ ਸੋਧ ਹੋ ਸਕਦੀ ਆ, ਪਰ ਇਸ ਦਾ ਮੁੱਢਲਾ ਢਾਂਚਾ ਉਹੀ ਰਹੇਗਾ ਵੀ ਪ੍ਰਸਤਾਵਨਾ ਸੰਵਿਧਾਨ ਦਾ ਹਿੱਸਾ ਹੈ। ਇਸ ਕੇਸ ਦੇ ਵਿੱਚ ਕੀ ਕਿਹਾ ਸੀ ਬੇਰੁਬਾਰੀ ਕੇਸ 'ਚ ਕਿ ਪ੍ਰਸਤਾਵਨਾ ਵਿੱਚ ਸੋਧ ਨਹੀਂ ਹੋ ਸਕਦੀ, ਇਸੇ ਕਰਕੇ ਸੰਵਿਧਾਨ ਦਾ ਹਿੱਸਾ ਵੀ ਨਹੀਂ ਮੰਨੀ ਹੋਈ ਜੀ। ਪਰ ਕੇਸਵਾਨੰਦ ਭਾਰਤੀ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਆਪਣੀ ਕੀ ਕਰਤੀ ਜੀ, ਆਪਣੀ ਹੀ ਜੱਜਮੈਂਟ ਨੂੰ ਕੀ ਕੀਤਾ ਜੀ, ਦੁਬਾਰਾ ਰਿਵਿਊ ਕਰਦੇ ਹੋਏ ਕਿਹਾ ਵੀ ਪ੍ਰਸਤਾਵਨਾ ਵਿੱਚ ਸੋਧ ਹੋ ਸਕਦੀ ਹੈ ਤੇ ਇਹ ਸੰਵਿਧਾਨ ਦਾ ਹਿੱਸਾ ਹੈ। ਪਰ ਨਾਲ ਹੀ ਇਹਨਾਂ ਨੇ ਇੱਕ ਦੀ ਸ਼ਰਤ ਰੱਖਤੀ ਸੀ, ਕਹਿੰਦੀ ਇਸ ਦਾ ਮੁੱਢਲਾ ਢਾਂਚਾ ਉਹੀ ਰਹੇਗਾ। ਮੰਨ ਲਓ ਸਾਡੇ ਪ੍ਰਸਤਾਵਨਾ ਦੇ ਵਿੱਚ ਲਿਖਿਆ ਹੋਇਆ ਜੀ ਸੈਕੂਲਰ ਸ਼ਬਦ, ਤਾਂ ਇਹ ਸੈਕੂਲਰ ਇੱਥੇ ਐਵੇਂ ਹੀ ਰਹਿਣਾ ਗਾ, ਧਰਮ ਨਿਰਪੱਖ ਇੱਥੇ ਐਵੇਂ ਹੀ ਰਹੂਗਾ। ਕਿਉਂਕਿ ਜੇ ਕੋਈ ਧਰਮ ਮਤਲਬ ਜਿਵੇਂ ਹੁਣ ਸਾਡੇ ਹਿੰਦੂ ਰਾਸ਼ਟਰ ਆ ਜੀ, ਜ਼ਿਆਦਾਤਰ ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਨੇ ਉਹ ਜ਼ਿਆਦਾਤਰ ਕਿਹਦੇ ਨਾਲ ਸੰਬੰਧਿਤ ਆਉਂਦੀਆਂ ਨੇ ਜੀ, ਹਿੰਦੂ ਧਰਮ ਨਾਲ ਸੰਬੰਧਿਤ ਆਉਂਦੀਆਂ ਨੇ। ਅਗਰ ਹਿੰਦੂ ਚਾਹਣ ਤਾਂ ਉਹ ਜੇ ਪ੍ਰਸਤਾਵਨਾ ਦੇ ਵਿੱਚ ਸੋਧ ਕਰਕੇ ਇੱਥੇ ਲਿਖ ਦੇਣ ਜੀ ਹਿੰਦੂ ਰਾਸ਼ਟਰ, ਤਾਂ ਜਿਹੜੇ ਛੋਟੇ ਧਰਮ ਨੇ ਜਿਵੇਂ ਸਿੱਖ, ਈਸਾਈ ਹੋ ਗਿਆ, ਕ੍ਰਿਸਚੀਅਨ ਹੋ ਗਿਆ, ਮੁਸਲਿਮ ਹੋ ਗਿਆ, ਤਾਂ ਉਹਨਾਂ ਦੀ ਤਾਂ ਕੋਈ ਵੈਲਿਊ ਨਹੀਂ ਨਾ ਰਹਿਣੀ ਹੈਗੀ। ਤੇ ਜੇ ਉਹਨਾਂ ਨੇ ਮਤਲਬ ਜੀ ਸੈਕੂਲਰ ਸ਼ਬਦ ਕੱਟ ਕੇ ਇੱਥੇ ਜੇ ਇੱਥੇ ਕੀ ਲਿਖ ਦੇਣ ਜੀ ਹਿੰਦੂ, ਤੇ ਇਸੇ ਕਰਕੇ ਜੀ ਉਹਨਾਂ ਨੇ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਵੀ ਇਸ ਦਾ ਮੁੱਢਲਾ ਢਾਂਚੇ ਨੂੰ ਨਹੀਂ ਛੇੜਨਾ ਹੈਗਾ। ਮਤਲਬ ਜੀ ਮੁੱਢਲਾ ਢਾਂਚਾ ਉਹੀ ਰਹੇਗਾ, ਮਤਲਬ ਧਰਮ ਨਿਰਪੱਖ ਉਹੀ ਰਹੇਗਾ। ਇਹਦੇ ਨਾਲ ਜੇ ਤੁਸੀਂ ਚਾਹੋ ਤਾਂ ਕੋਈ ਚੀਜ਼ ਐਡ ਕਰ ਸਕਦੇ ਹੋਗੇ, ਤੇ ਜੇ ਕੋਈ ਧਰਮ ਇੱਥੇ ਨਹੀਂ ਐਡ ਹੋਇਆ ਤਾਂ ਘੱਟੋ ਘੱਟ ਜੀ ਉਹਦੀ ਸੁਣਵਾਈ ਹੋ ਸਕਦੀ ਹੈ ਇਸ ਬਿਹਾਫ ਤੇ ਕਿ ਵੀ ਇੱਥੇ ਸ਼ਬਦ ਕੀ ਲਿਖਿਆ ਹੋਇਆ ਜੀ ਧਰਮ ਨਿਰਪੱਖ ਸੈਕੂਲਰ। ਠੀਕ ਹੈ ਜੀ, ਦੋ ਕੇਸ ਦੀ ਸਮਝ ਆ ਗਈ ਹੋਣੀ। ਇੱਕ ਤਾਂ ਬੇਰੁਬਾਰੀ ਕੇਸ 1960 ਜਿਹਦੇ ਵਿੱਚ ਕਿਹਾ ਸੀ ਵੀ ਪ੍ਰਸਤਾਵਨਾ ਸੰਵਿਧਾਨ ਦਾ ਹਿੱਸਾ ਨਹੀਂ ਤੇ ਇਹਦੇ ਵਿੱਚ ਸੋਧ ਨਹੀਂ ਹੋ ਸਕਦੀ। ਪਰ ਕੇਸਵਾਨੰਦ ਭਾਰਤੀ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਸੁਣਾਤਾ ਸੀ ਵੀ ਇਹ ਸੁਪਰੀਮ ਕੋਰਟ ਸੰਵਿਧਾਨ ਦਾ ਹਿੱਸਾ ਹੈ ਤੇ ਇਹਦੇ ਵਿੱਚ ਸੋਧ ਹੋ ਸਕਦੀ ਆ। ਪਰ ਨਾਲ ਉਹਨਾਂ ਨੇ ਸ਼ਰਤ ਰੱਖੀ ਸੀ ਵੀ ਇਸ ਦਾ ਮੁੱਢਲਾ ਢਾਂਚਾ ਉਹੀ ਰਹੇਗਾ, ਇਹਦੇ ਨਾਲ ਕੋਈ ਵੀ ਛੇੜਛਾੜ ਨਹੀਂ ਕੀਤੀ ਜਾ ਸਕਦੀ। ਫਿਰ ਜੀ ਇਸ ਕੇਸ ਤੋਂ ਬਾਅਦ 'ਚ 1976 ਦੇ ਵਿੱਚ ਜਦੋਂ ਕੇਸਵਾਨੰਦ ਭਾਰਤੀ ਕੇਸ ਦੀ ਸੁਣਵਾਈ ਹੋ ਗਈ ਸੀਗੀ ਤਾਂ ਸਾਡੇ ਪ੍ਰਸਤਾਵਨਾ ਦੇ ਵਿੱਚ ਪਹਿਲੀ ਵਾਰ ਜੀ ਸੋਧ ਕੀਤੀ ਗਈ ਜੀ। ਜੇ ਕੁਐਸਚਨ ਪੁੱਛਣਾ ਨਹੀਂ ਸਾਡੇ ਪ੍ਰਸਤਾਵਨਾ ਵਿੱਚ ਹੁਣ ਤੱਕ ਕਿੰਨੇ ਵਾਰੀ ਸੋਧ ਹੋ ਚੁੱਕੀ ਹੈ, ਸਿਰਫ ਇੱਕ ਵਾਰ, ਓਨਲੀ ਵਨ ਟਾਈਮ ਅਮੈਂਡਮੈਂਟ ਹੋਈ ਹੈ ਜੀ ਹੁਣ ਤੱਕ। ਤੇ ਕਦੋਂ ਹੋਈ ਹੈ ਜੀ, ਉਹ ਹੋਈ ਹੈ ਜੀ 42ਵੀਂ ਸੋਧ 1976 ਦੇ ਵਿੱਚ। ਜਿਹੜੀ 42ਵੀਂ ਸੋਧ ਹੋਈ ਸੀ ਜੀ ਇਹਨੂੰ ਮਿਨੀ ਕੌਂਸਟੀਟਿਊਸ਼ਨ ਵੀ ਕਿਹਾ ਜਾਂਦਾ ਗਾ। ਤੇ ਕਿਹਦੇ ਸਮੇਂ ਹੋਈਆਂ ਸੀ ਜੀ ਇਹ ਸੋਧਾਂ? ਇਹ ਹੋਈਆਂ ਸੀ ਇੰਦਰਾ ਗਾਂਧੀ ਸਮੇਂ 42ਵੀਂ ਸੋਧ ਹੋਈ ਆ। ਇੰਦਰਾ ਗਾਂਧੀ ਸਮੇਂ ਇੰਨੀਆਂ ਕੁ ਜ਼ਿਆਦਾ ਸੋਧ ਹੋਈਆਂ ਸੀਗੀਆਂ ਕਿ ਵੀ ਸਾਨੂੰ ਇੱਕ ਅਲੱਗ ਤੋਂ ਸੰਵਿਧਾਨ ਤਿਆਰ ਕਰਨਾ ਦੀ ਨੌਬਤ ਆ ਗਈ ਸੀ। ਇਸੇ ਕਰਕੇ ਇਹਨੂੰ ਕੀ ਕਿਹਾ ਗਿਆ ਸੀ ਜੀ, ਮਿਨੀ ਕੌਂਸਟੀਟਿਊਸ਼ਨ ਕਿਹਾ ਗਿਆ ਸੀਗਾ। ਤੇ 42ਵੀਂ ਸੋਧ ਦੇ ਵਿੱਚ ਜਿਹੜੀ ਪ੍ਰਸਤਾਵਨਾ ਦੇ ਵਿੱਚ ਸੋਧ ਹੋਈ ਸੀ ਜੀ, ਪ੍ਰਸਤਾਵਨਾ 'ਚ 3 ਸ਼ਬਦ ਨਵੇਂ ਐਡ ਕੀਤੇ ਸੀਗੇ, ਸੋਸ਼ਲਿਸਟ, ਇੰਟੀਗ੍ਰਿਟੀ, ਸੈਕੂਲਰ, ਸਮਾਜਵਾਦੀ, ਅਖੰਡਤਾ ਤੇ ਧਰਮ ਨਿਰਪੱਖਤਾ। ਇਹਨੂੰ ਤੁਸੀਂ ਯਾਦ ਕਿਵੇਂ ਕਰਨਾ ਜੀ, ਜਿਵੇਂ ਸਿਸਟਰ ਨੂੰ ਅਸੀਂ ਸ਼ਾਰਟ ਟਰਮ 'ਚ ਕੀ ਬੋਲਦੇ ਹਾਂ ਜੀ, ਸਿਸ ਬੋਲਦੇ ਹਾਂ, SIS। ਤੇ ਇਸ ਤੋਂ ਤੁਸੀਂ ਯਾਦ ਕਰ ਲਿਓ, S ਤੇ ਸੋਸ਼ਲਿਸਟ, I ਤੇ ਇੰਟੀਗ੍ਰਿਟੀ, S ਤੇ ਸੈਕੂਲਰ। ਇਹ ਤਿੰਨੋਂ ਸ਼ਬਦ ਪ੍ਰਸਤਾਵਨਾ ਵਿੱਚ ਕਦੋਂ ਐਡ ਕੀਤੇ ਗਏ ਜੀ? 42 ਅਮੈਂਡਮੈਂਟ 1976 ਦੇ ਵਿੱਚ। ਤੇ ਅੱਜ ਤੱਕ ਜੇ ਕੁਐਸਚਨ ਪੁੱਟ ਹੋਵੇ ਜੀ ਅੱਜ ਤੱਕ ਪ੍ਰਸਤਾਵਨਾ ਵਿੱਚ ਕਿੰਨੀਆਂ ਸੋਧਾਂ ਹੋ ਚੁੱਕੀਆਂ ਨੇ? ਸਿਰਫ ਇੱਕ ਸੋਧ ਹੋਈ ਹੈ ਜੀ। ਕਿਹਦੇ ਸਮੇਂ ਹੋਈ ਹੈ ਜੀ? ਇਹ ਇੰਦਰਾ ਗਾਂਧੀ ਸਰਕਾਰ ਸਮੇਂ ਹੋਈ ਹੈ ਜੀ। ਇੰਦਰਾ ਗਾਂਧੀ ਕਿਹੜੀ ਸਰਕਾਰ ਸੀਗੀ ਜੀ? ਕਾਂਗਰਸ ਸਰਕਾਰ ਸੀਗੀ। ਤੇ ਜਿੰਨੀਆਂ ਵੀ ਇਹਨਾਂ ਨੇ ਜੀ 1976 'ਚ ਸੋਧਾਂ ਕੀਤੀਆਂ ਸੀ, 1978 ਦੇ ਵਿੱਚ ਸਾਡੇ ਜੀ ਹੋਊਗੀ 44ਵੀਂ ਸੋਧ 1978 'ਚ ਹੋਊਗੀ 44 ਅਮੈਂਡਮੈਂਟ 1978। ਇਹਦੇ ਵਿੱਚ ਇੱਕ ਗੈਰ ਕਾਂਗਰਸੀ ਸਰਕਾਰ ਆਊਗੀ ਜੀ ਫਸਟ ਟਾਈਮ, ਤੇ ਜਿਹਦੇ ਲੀਡਰ ਹੋਣਗੇ ਜੀ ਮੁਰਾਰਜੀ ਦੇਸਾਈ। ਤੇ ਉਹ ਜਿੰਨੀਆਂ ਸੋਧਾਂ ਇਹਨਾਂ ਨੇ ਕੀਤੀਆਂ ਹੋਣਗੀਆਂ ਤੇ ਉਹਨਾਂ ਦੇ ਵਿੱਚ ਕਰੈਕਸ਼ਨਾਂ ਕਰਨਗੇ ਜੀ 44 ਅਮੈਂਡਮੈਂਟ 1978 ਦੇ ਵਿੱਚ। ਅੱਗੇ ਜੀ ਪ੍ਰੀਐਂਬਲ ਦੇ ਬਾਰੇ ਦੇ ਵਿੱਚ ਕੁਝ ਕੁ ਕੀ ਪੁਆਇੰਟ ਦਿੱਤੇ ਨੇ ਅਲੱਗ-ਅਲੱਗ ਥਿੰਕਰ ਨੇ, ਠੀਕ ਹੈ, ਜਿੰਨੇ ਵੀ ਹੋਏ ਨੇਗੇ। ਪ੍ਰੀਐਂਬਲ ਦੇ ਨੂੰ ਜੀ ਸੰਵਿਧਾਨ ਦੀ ਆਤਮਾ ਕਿਸ ਪਰਸਨ ਨੇ ਕਿਹਾ ਜੀ? ਸੰਵਿਧਾਨ ਦੀ ਆਤਮਾ ਕਿਹਾ ਜੀ ਠਾਕੁਰ ਦਾਸ ਭਾਰਗਵ ਨੇ। ਤੁਸੀਂ ਯਾਦ ਕਿਵੇਂ ਰੱਖਣਾ ਜੀ, ਆਤਮਾ ਪਰਮਾਤਮਾ ਦੇ ਵਿੱਚ ਯਕੀਨ ਕੌਣ ਲੋਕ ਰੱਖਦੇ ਹੁੰਦੇ ਨੇ ਜੀ? ਠਾਕੁਰ ਲੋਕਾਂ ਦਾ ਜ਼ਿਆਦਾ ਯਕੀਨ ਹੁੰਦਾ ਆਤਮਾ ਪਰਮਾਤਮਾ 'ਚ। ਆਤਮਾ ਸ਼ਬਦ ਉਹ ਜ਼ਿਆਦਾ ਵਰਤਦੇ ਨੇ, ਇਸੇ ਕਰਕੇ ਤੁਸੀਂ ਯਾਦ ਰੱਖ ਲਓ ਜੀ ਸੰਵਿਧਾਨ ਦੀ ਆਤਮਾ
किस आदमी ने वरत्या जी? ठाकुर दास भार्गव। संविधान का पहचान पत्र किने कहा जी? एन ए पालकीवाला। तो पहचान पत्र नूं किद्दां याद रखोगे जी? जिवें सिख धर्म की पहचान आ जी पालकी, ठीक है, गुरु ग्रंथ साहब आपां की बोलते हैं जी पालकी साहब, तो वह पालकी की पहचान है जी? सिख धर्म की पहचान आ। तो तुसीं याद रखना जी पालकी वाला ने की कहा जी? पहचान पत्र कहा सी, संविधान का पहचान पत्र प्रियंबल नूं कहा जी एन ए पालकी वाला नूं, क्योंकि पालकी साडे सिख धर्म च पहचान पत्र का काम कर रही है जी। तो उस तरीके नाल पालकी वाला ने की कहा जी? पहचान पत्र। तो के एम मुंशी, मुंशी नूं किवें याद करना जी? जिहड़े मुंशी लोग होंदे ने वो राशियां च ज़्यादा यकीन रखते होंदे नेगे, ठीक है। तो इस करके के एम मुंशी ने शब्द भी किहड़े वरते जी? संविधान का राशिफल कहा गा। तो नोट, नोट शब्द साडा नहीं हैगा, जिहड़ा नोट शब्द है ये इंग्लिश का वर्ड हैगा। तो इंग्लिश का वर्ड कौन वरतणगे जी? संविधान का मुख नोट, मेन नोट कौन कहेंगे जी? प्रियंबल नूं सर अर्नेस्ट बारकर, ठीक है जी। ये थोड़े याद हो गए होणगे। संविधान की आत्मा, आत्मा च कौन यकीन रखते हैं? ठाकुर लोक। तो आत्मा क्या जी? ठाकुर दास भार्गव ने। पहचान पत्र किनू कहा जाता जी? पालकी नूं। पालकी वाला ने की कहा जी? संविधान का पहचान पत्र। राशियां च यकीन कौन रखते होंगे ने? मुंशी लोग। तो तुम याद कर लो जी के एम मुंशी ने की कहा जी? संविधान का राशिफल। नोट जी अंग्रेज मतलब इंग्लिश वर्ड हैगा, तो किने वरत्या सी जी? कि इंग्लिश मैन ने वरत्या सीगा, सर अर्नेस्ट बारकर ने। संविधान का मुख नोट कहा सी जी साडी प्रस्तावना नूं। क्वेश्चन डायरैक्ट आ जाते होंगे ने जी हेठ लिखियां विचों किस परसन ने संविधान की आत्मा कहा प्रस्तावना नूं? तो नीचे आ जाएंगे ऑप्शन जी ठाकुर दास भार्गव, एन ए पालकीवाला, के एम मुंशी या सर अर्नेस्ट बारकर। तो तुसीं टिक करो जी ठाकुर दास भार्गव। अगे जी जिहड़ी प्रस्तावना की साडी प्रस्तावना कित्थों शुरू होंदी है जी? असी भारत के लोक तो साडी प्रस्तावना शुरू होंदी आ। मैं तुहानूं पिछे करवाए सी जी प्रस्तावना के वर्ड। असी भारत के लोक ये असी कित्थों अडोप्ट कीते ने जी? कीते ने जी USA तो, क्योंकि USA की जिहड़ी प्रीएम्बल है कित्थों स्टार्टिंग होंदी है जी? वी आर द पीपल ऑफ USA। ते असी लिखते हैं जी वी आर द पीपल ऑफ इंडिया, ठीक है। तो असी भारत के लोक तो स्टार्ट होके अगे ये आउंदा जी असी भारत के लोग भारत नूं संपूर्ण प्रभुसत्ता संपन्न समाजवादी धर्म निरपेख लोकतंत्री गणराज घोषित करते हाँ। तो जिहड़ी प्रस्तावना दे विच मेन शब्द ने जी, जे गल करिए आपां न्याय की जस्टिस की, तो सानूं किन्ने टाइप का न्याय मिलिया होया जी? साडी प्रस्तावना च 3 टाइप का न्याय दिंदी है जी, समाजिक आर्थिक ते राजनीतिक न्याय। तो जे गल करिए जी इक्वैलिटी समानता की, तो समानता का मीनिंग की है जी? सारिਆਂ विचकार समानता, भी सारे लोग कानून की नज़र च की ने जी? समान ने। जे गल करिए जी लिबर्टी की, भाईचारे की, तो भाईचारा किहो जिहा प्रदान करदा जी? कहंदे व्यक्तिगत सुतंत्रता अते देश की एकता ते अखंडता नूं पहल दिओ। मतलब जी साडा प्रस्तावना कह रही है, संविधान कह रहा भी पहला इंडिविजुअल भी इकल्ला कल्ला आदमी की है जी सुतंत्र आ। जे कल्ला कल्ला आदमी सुतंत्र होवेगा ते तां ही की होगी जी? देश दे विच एकता बनूगी। ते जे देश की एकता होगी तां ही फिर असीं अखंडता नूं पहल देवांगे जी। अखंडता का मतलब हुंदा गा जिवें अखंड साडा भारत की है जी? अखंड हैगा। अखंड मतलब हुंदा जिसके टुकड़े नहीं हो सकते। जिवें आपां नॉर्मल की करते हैं जी अखंड पाठ, ठीक है। तो अखंड पाठ का मीनिंग की हुंदा जी? जिवें वो 3 दिन लगातार चलदा ना, भी जिहड़ी वो बाणी हैगी वो की है जी? लगातार बिना टुकड़ियां दे विभाजित किए। अखंड पाठ का मीनिंग की हुंदा जी? लगातार चलना। तो अखंड का मतलब ही की हुंदा जी? जिसके टुकड़े ना हो सकन। तो अखंडता नूं पहल भी मतलब भारत दे असीं टुकड़े नहीं कर सकते। सुतंत्रता जी फ्रैटर्निटी, सुतंत्रता का मतलब इत्थे की है जी? साडा जिहड़ा भारती संविधान है वो सानूं विचारां दी सुतंत्रता प्रदान करदा है जी। इस तो इलावा जी प्रीएम्बल प्रस्तावना की जिहड़ी साडी ਉਹਦੇ ਵਿੱਚ किन्ने शब्द ने जी? वो अपन पुछ लेंगे सीकुएंस वाइज पुछ लेंगे ने जी। जिवें सब तो पहले ही आउंदा प्रभुसत्ता समाजवादी, इत्थे आऊगा जी धर्म निरपेख लोकतंत्री गणराज। इहनूं तुसीं किवें याद करना जी? जिहड़ा डेमोक्रेटिक ते रिपब्लिक आ सानूं एवें पुछ लैंदे हुंदे ने प्रस्तावना दे जिहड़े 5 शब्द ने इन्हां नूं सीकुएंस वाइज लगाओ जी। तो सब तो पहले आउणगे जी एस, तीनों एस आ जाणगे, फिर आएगा डी, फिर आएगा आर। तो एस नूं किवें याद करोगे जी तुसीं? एस डिक्शनरी के अकॉर्डिंग
ਆਪਾਂ ਕਿਵੇਂ ਸ਼ਬਦ ਲੱਭਦੇ ਹੁੰਦੇ ਜੀ। ਸਭ ਤੋਂ ਪਹਿਲਾਂ ਕੀ ਆਉਂਦਾ ਹੁੰਦਾ, ਐਸ ਤੋਂ ਬਾਅਦ 'ਚ ਏ ਵਾਲੇ ਸ਼ਬਦ, ਫਿਰ ਬੀ ਵਾਲੇ, ਫਿਰ ਸੀ, ਫਿਰ ਡੀ। ਤਾਂ ਇੱਥੇ ਆਪਣੇ ਕੋਲ ਐਸ ਤੋਂ ਬਾਅਦ ਕਿਹੜੇ ਸ਼ਬਦ ਆਉਣਗੇ ਜੀ, ਓ ਵਾਲਾ ਆਏਗਾ ਕਿ ਈ ਵਾਲਾ? ਤੇ ਈ ਵਾਲਾ ਆਏਗਾ ਨਾ। ਪਹਿਲੀਆਂ 'ਚ ਆ ਜਾਏਗਾ ਜੀ ਐਸ ਈ ਵਾਲਾ ਸ਼ਬਦ, ਫਿਰ ਆਵੇਗਾ ਜੀ ਡਿਕਸ਼ਨਰੀ ਦੇ ਅਕੋਰਡਿੰਗ ਐਸ ਓ ਵਾਲਾ। ਹੁਣ ਓ ਦੋਵਾਂ 'ਚ ਹੀ ਪਿਆ, ਤੇ ਦੁਆ ਆਪਾਂ ਕਿਹੜਾ ਦੇਖਾਂਗੇ ਜੀ, ਓ ਤੋਂ ਬਾਅਦ ਜਿੱਥੇ ਸੀ ਪਿਆ ਡਿਕਸ਼ਨਰੀ ਦੇ ਅਕੋਰਡਿੰਗ ਐਸ ਓ ਸੀ ਆਊਗਾ ਜੀ ਸੋਸ਼ਲਿਸਟ। ਫਿਰ ਥਰਡ ਨੰਬਰ ਤੇ ਆਊਗਾ ਜੀ ਐਸ ਓ ਵੀ। ठीक है, जो आप डिक्शनरी के अकॉर्डिंग देखिए, पहले तो एस ई सैकुलर आएगा, फिर एस ओ सी आएगा, फिर एस ओ वी आएगा। तो ये सीक्वेंस किवें बनती है 1 2 3 दी, इनू ओपोजिट कर दो, नीचे वाले नू 1 लै लो, इनू 2 लै लो, इनू 3 लै लो। ठीक है, सब तो पहला साडा की आऊगा सीक्वेंस जी सोबरनिटी, फिर आऊगा सैकुलर, फिर आऊगा नहीं सॉरी पहला सोबरनिटी, फिर आ जाऊगा जी सोशलिस्ट, फिर सैकुलर, इस तो अगे डेमोक्रेटिक ते रिपब्लिक। ये साडी की है जी सीक्वेंस है भारतीय संविधान की। हाँ जी, प्रीएम्बल दे विच असीं कुछ शब्द अलग अलग देशों तो बोरो किए हुए हैं जी। रूस की क्रांति तो 1917 दे विच होई सी जी। इस तो असीं की लिया जी, जिहड़ी रूस दे विच क्रांति हुई सी जी, रूस के लोगों की मेन डिमांड ही की सी जी, न्याय सी, जस्टिस। ते इंडियन सीगे जिहड़े उन्हां नूं पता सी, इंडियन जिहड़े साडे संविधान निर्माता सीगे उन्होंने की किया सी जी, अलग अलग 60 देशों का संविधान पढ़िया सी, फिर साडा भारतीय संविधान बहुत सोहणे तरीके नाल डिजाइन किया गया गा। ते वो नहीं चाहते सी कि जिहड़ियां अलग अलग देशों के विच जो डिमांड्स क्रिएट हो रही नेगियां, ते भी उही डिमांड्स अगे जाके साडे भारत दे विच दंगे फसाद होण ते क्रांतियां होण भी असीं फिर मन्नीए। ते वो चाहते सी भी कि जिहड़ियां अलग अलग लोग डिमांड्स कर रहे हैं, क्यों ना असीं भारतीय लोगों को वो डिमांड्स पहलां ही दे दईए। तो उन्होंने पता सी जिहड़ी रूस च क्रांति हुई है न्याय दे लई होई आ। तो इस करके साडे भारतीय संविधान ने सानू प्रस्तावना दे विच पहलां तो ही एक न्याय लिखता सीगा जी, भी सानू न्याय मिलिया होया। ते जे पुछना न्याय शब्द असीं कित्थों बोरो कीता जी, वो कीता जी रूस की क्रांति 1917 तो। ते न्याय सानू किन्ने टाइप का मिलिया जी, वो तो सिर्फ असीं ने न्याय बोरो कीता जी। अगे न्याय 3 टाइप का जी, फस्ट सैकेंड ते थर्ड। पहला जी इकनॉमिक, ठीक है, फिर सोशल, ते फिर आ जाऊगा पोलीटिकल। सानू जी असीं उत्थों बोरो कीता जी आर्थिक न्याय, समाजिक न्याय ते राजनीतिक न्याय। जे तुहानू क्वेश्चन पुट कर लेना कि समाजिक न्याय असीं कित्थों लिया, जां राजनीतिक न्याय, जां आर्थिक न्याय, मान लो कुल मिला के जो भी न्याय गा असीं कित्थों बोरो कीता जी, रूस की क्रांति 1917 तो। ते फ्रांस की क्रांति 1999 दे विच होई सी जी। फ्रांस दे विच क्रांति क्यों हुई सी, फ्रांस के लोगों की डिमांड की सी, उन्हां दी मेन डिमांड ही सीगी जी, सारे लोग की चाहते सी जी, एक दूसरे नाल रल मिल के रहना, भाईचारा चाहते सी। सारे चाहते सी कि भी सानू समान समझा जाए, समानता। ते सारे ही आदमी चाहते सी कि सानू कल्ले कल्ले इंडिविजुअल सानू की मिलनी चाहिए, लिबर्टी, स्वतंत्रता मिलनी चाहिए। तो उन्हां दी डिमांड सीगी कि जे तुसीं कल्ले कल्ले आदमी नू स्वतंत्रता दिओगे तां इस तो बाद जी सारे दे सारे ग्रुप नू की दिओ जी, समानता। ते सारे जे समान होणगे तां भाईचारे की भावना अपने आप उत्पन्न हो जाएगी। तो इसे करके जी असीं ने कित्थों बोरो किया जी, फ्रांस क्रांति 1999 तो लिया जी, भाईचारा, समानता ते स्वतंत्रता। ठीक है, एफ ते फ्रांस, ते एफ ते असीं की लिया जी फ्रैटर्निटी, इक्वैलिटी ते लिबर्टी। ठीक है, हमें याद रख लो, फैल शब्द असीं कित्थों कॉपी किया जी, फ्रांस क्रांति तो। ते जस्टिस न्याय कित्थों कॉपी किया जी, रूस तो। ठीक है, रूस क्रांति 1917 तो लिया न्याय, ते फ्रांस क्रांति तो लिया जी भाईचारा, समानता ते स्वतंत्रता जी। ठीक है जी, अपना अज वाला लैक्चर इत्थे खत्म होंदा गा। ते वध तो वध जी शेयर करना लैक्चर नूं, ते तां जो असीं इस सीरीज़ नूं कंटिन्यू रख सकीए जी। थैंक यू।